Hello students, how are you? In the last lecture, I told you up till this paper 1, Punjabi paper for your mains exam as far as PCS, Punjab PCS is concerned. तो पंजाबी ਦੇ पेपर ਦੀ ਸਕੀਮ मैं ਤੁਹਾਨੂੰ ਦੱਸ ਚੁੱਕਿਆ ਲਾਸਟ ਲੈਕਚਰ ਦੇ ਵਿੱਚ। ਅੱਜ ਮੈਂ ਤੁਹਾਨੂੰ ਇੰਗਲਿਸ਼ ਪੇਪਰ 2 ਜੋ ਮੇਨਸ ਵਿੱਚ ਹੋਣਾ ਉਹਦੀ ਮੈਂ ਤੁਹਾਨੂੰ ਥੋੜੀ ਸਕੀਮ ਦੱਸ ਦਿੰਦਾ। ਟੋਟਲ ਮਾਰਕਸ 100 ਮਾਰਕਸ ਇੰਗਲਿਸ਼ ਪੇਪਰ ਤੇ ਸੈਕਸ਼ਨ A ਤੇ ਸੈਕਸ਼ਨ B ਵਿੱਚ ਇਹ ਵੰਡਿਆ ਜਾਊਗਾ। ਸੈਕਸ਼ਨ A ਵਿੱਚ ਪਹਿਲਾਂ ਤੁਹਾਨੂੰ ਕੰਪਰੀਹੈਂਸ਼ਨ ਮਿਲੂਗਾ। ਕੰਪਰੀਹੈਂਸ਼ਨ ਵਿੱਚ ਇੱਕ ਤੁਹਾਨੂੰ ਪੈਰਾ ਦਿੱਤਾ ਜਾਊਗਾ, ਉਹ ਤੁਸੀਂ ਪੜ੍ਹਨਾ ਹੈ। ਫਿਰ ਥੱਲੇ ਕੁਐਸਚਨ ਦਿੱਤੇ ਜਾਣਗੇ, ਉਹਨਾਂ ਕੁਐਸਚਨ ਦਾ ਤੁਸੀਂ ਆਨਸਰ ਦੇਣਾ। ਅਗਰ ਪੈਰਾ ਅੱਛੀ ਤਰ੍ਹਾਂ ਪੜ੍ਹੋਗੇ, ਅਗਰ ਇੰਗਲਿਸ਼ ਪੜ੍ਹਨ ਦੀ ਆਦਤ ਹੈ, ਰੈਗੂਲਰ ਤੁਸੀਂ ਅਖਬਾਰ ਪੜ੍ਹਦੇ ਹੋ ਇੰਗਲਿਸ਼, ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ। ਇਹ 10 ਮਾਰਕਸ ਦਾ। ਫਿਰ ਪ੍ਰੈਸੀ ਰਾਈਟਿੰਗ ਆ ਗਈ, ਪੈਰਾ ਦਿੱਤਾ ਜਾਊਗਾ ਇੰਗਲਿਸ਼ ਦਾ, ਉਹਨੂੰ ਤੁਸੀਂ 1/3 ਵਿੱਚ ਲਿਖਣਾ। ਉਹਦੇ ਤੀਜੇ ਹਿੱਸੇ ਤੱਕ ਤੁਸੀਂ ਉਹਦਾ ਨਿਚੋੜ ਕੱਢਣਾ, ਸਮਰੀ ਲਿਖਣੀ ਹੈ 1/3 ਵਿੱਚ। ਇਹ ਵੀ 10 ਮਾਰਕਸ। ਫਿਰ ਲੈਟਰ ਰਾਈਟਿੰਗ ਆਊਗੀ, ਇੱਕ ਤੁਸੀਂ ਪੱਤਰ ਲਿਖਣਾ। ਪੱਤਰ ਵਿਹਾਰ ਆਫੀਸ਼ੀਅਲ ਵੀ ਹੋ ਸਕਦਾ, ਪਰਸਨਲ ਵੀ ਹੋ ਸਕਦਾ। ਲੈਟਰ ਕੋਈ ਮਰਜ਼ੀ ਹੋ ਸਕਦਾ, ਪਰਸਨਲ ਲੈਟਰ ਵੀ ਹੁੰਦੇ ਆ ਤੇ ਆਫੀਸ਼ੀਅਲ ਲੈਟਰਸ ਵੀ ਹੁੰਦੇ ਨੇ। ਉਹਦੀ ਤੁਹਾਨੂੰ ਪ੍ਰੈਕਟਿਸ ਜਿਹੜੀ ਹੈ ਮੈਂ ਕਰਾਉਣ ਦੀ ਕੋਸ਼ਿਸ਼ ਕਰੂੰਗਾ ਵੀਡੀਓ ਦੇ ਦੌਰਾਨ। ਤੇ ਇਹ 200 ਵਰਡਸ ਦਾ ਹੋਊਗਾ ਲੈਟਰ। ਇਹ ਵੀ 10 ਮਾਰਕਸ। तो 200 वर्ड्स का ये लैटर आऊगा। लैटर लिखना जरूरी है, तो मैं तुम्हें बार बार कहना लिखना हुणी तो स्टार्ट कर दो। आंसर राइटिंग हुणी तो स्टार्ट कर दो। लिखना है किवें लिखना है आप हौली हौली अगली वीडियोस में तुहानूं दसांगे। फिर ऐसे राइटिंग मैं बार बार कह रहा, ऐसे राइटिंग किसी भी एक टॉपिक दिता जाऊगा तो उस 300 शब्दों का तुहानूं ऐसे लिखना पैना है। 300 शब्दों का 300 वर्ड्स इंग्लिश विच। ये तां ही लिख पाओगे हुणी तो आदत पा लो। इंग्लिश ट्रिब्यून पढ़न दी, ਉਹਦੇ ਵਿੱਚ एडिटोरियल पढ़ना शुरू कर दो और लिखना शुरू कर दो। पहला पहला तुसीं देख देख के लिखना शुरू कर दो, कोई टेंशन नहीं। देख देख के लिखना शुरू करो। 4-4 5-5 पेज तुसीं भर दो लिख लिख के, ਉਹੀ ਕੰਮ ਆਊਗਾ ਤੁਹਾਨੂੰ ਮੇਨਸ ਵਿੱਚ। ਇਹ ਵੀ 10 ਮਾਰਕਸ ਦਾ। ਫਿਰ ਟ੍ਰਾਂਸਲੇਸ਼ਨ ਆਊਗੀ, ਇੱਕ ਪੰਜਾਬੀ ਦਾ ਪੈਰਾ ਦਿੱਤਾ ਜਾਊਗਾ, ਉਹਨੂੰ ਤੁਸੀਂ ਇੰਗਲਿਸ਼ ਵਿੱਚ ਟ੍ਰਾਂਸਲੇਟ ਕਰਨਾ। ਫਿਰ ਸੈਕਸ਼ਨ B ਵਿੱਚ ਗ੍ਰਾਮਰ ਹੈ, ਨਾਰਮਲ ਜੋ ਗ੍ਰਾਮਰ ਤੁਹਾਨੂੰ ਮਿਲਦੀ ਹੈ। ਇਹ ਸੀ ਪੇਪਰ 2 ਇੰਗਲਿਸ਼ ਦਾ। उस बाद आ गया जी पेपर 3 ऐसे पेपर स्पेशली 150 मार्क्स। यू सी दिस इज द डिसाइडिंग फैक्टर ऑफ PCS मेन्स एग्जाम। जिन्हां दी वोकैबुलरी अच्छी है इंग्लिश विच ਜਾਂ ਪੰਜਾਬੀ ਵਿੱਚ, ਉਹ ਇੱਥੇ ਮਾਰਕਾ ਮਾਰ ਜਾਂਦੇ ਨੇ। ਉਹਨਾਂ ਦਾ ਐਜ ਹੋ ਜਾਂਦਾ ਦੂਸਰੇ ਐਸਪੀਰੈਂਟਸ ਦੇ ਜੇ ਆਪਾਂ ਕੰਪੇਅਰ ਕਰੀਏ। So you have to have good language. For that you have to read daily newspaper and write as much as you can. ਇਹਦੇ ਵਿੱਚ you have to write at least 3 short essays। IAS ਵਿੱਚ ਤਾਂ 2 ਹੁੰਦੇ ਆ ਵੱਡੇ, ਇਹਦੇ ਵਿੱਚ 3 short essays ਤੁਹਾਨੂੰ ਲਿਖਣੇ ਪੈਣਗੇ। ਉਹ ਤੁਹਾਨੂੰ ਆਪਸ਼ਨ ਦਿੱਤਾ ਜਾਊਗਾ, ਜਾਂ ਤਾਂ ਤੁਸੀਂ ਇੰਗਲਿਸ਼ ਵਿੱਚ ਲਿਖ ਸਕਦੇ ਹੋ ਜਾਂ ਤੁਸੀਂ ਪੰਜਾਬੀ ਵਿੱਚ ਲਿਖ ਸਕਦੇ ਹੋ, ਉਹ ਤੁਹਾਨੂੰ ਆਪਸ਼ਨ ਹੈ। ਬਟ ਐਟ ਲੀਸਟ 3 short essays ਤੁਹਾਨੂੰ ਇਹ ਲਿਖਣੇ ਪੈਣਗੇ। ਤੇ ਆਪਣੀ ਐਗਜ਼ੈਕਟ ਐਕਸਪ੍ਰੈਸ਼ਨ ਰੱਖਣਾ, ਆਪਣੇ ਵਿਊਜ਼ ਨੂੰ ਅੱਛੀ ਤਰ੍ਹਾਂ ਐਕਸਪ੍ਰੈਸ ਕਰ ਪਾ ਰਹੇ ਹੋ ਕਿ ਨਹੀਂ ਕਰ ਪਾ ਰਹੇ। ਦਿਮਾਗ ਵਿੱਚ ਗੱਲਾਂ ਤਾਂ ਬਹੁਤ ਆ ਰਹੀਆਂ, but whether you are able to express your views by writing, ਇਹ ਉਹਨਾਂ ਨੇ ਜੱਜ ਕਰਨਾ ਤੁਹਾਡੇ। ਦੇਖੋ ਉੱਥੇ ਪ੍ਰੋਫੈਸਰਸ ਨੇ, ਵੱਡੇ ਵੱਡੇ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ, ਉਹਨਾਂ ਨੇ ਤੁਹਾਡੇ ਆਨਸਰਸ ਚੈੱਕ ਕਰਨੇ ਆ। ਹੁਣ ਜੋ ਕੁਝ ਤੁਸੀਂ ਲਿਖ ਰਹੇ ਹੋ ਉਹ ਤੁਸੀਂ ਸੋਚ ਸਮਝ ਕੇ ਲਿਖਣਾ। ਸਮਝ ਆ ਗਈ ਕਿ ਨਹੀਂ ਆ ਗਈ? ਤਾਂ ਉਸ ਤੋਂ ਬਾਅਦ ਡੇਲੀ ਨਿਊਜ਼, ਇਹਦੇ ਵਾਸਤੇ ਐਸੇ ਵਾਸਤੇ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ, ਮੈਂ ਇੱਥੇ ਵੀ ਲਿਖਿਆ, ਤਾਂ ਯੂ ਹੈਵ ਟੂ ਰੀਡ ਡੇਲੀ ਐਟ ਲੀਸਟ 1 ਨਿਊਜ਼ਪੇਪਰ ਆਫ ਪੰਜਾਬੀ ਐਂਡ 1 ਨਿਊਜ਼ਪੇਪਰ ਆਫ ਇੰਗਲਿਸ਼। I recommend you पंजाबी वास्ते पंजाबी ट्रिब्यून पढ़ना शुरू कर दो, स्पेशली एडिटोरियल पेज। ते इंग्लिश वास्ते इंग्लिश ट्रिब्यून पढ़ना शुरू कर दो, स्पेशली एडिटोरियल पेज। ते लिखना भी शुरू कर दो। तो ये उतना थोड़ी हैंड राइटिंग भी अच्छी होएगी और थोड़ी स्पीड भी बढ़ेगी, जो थोनू फिर मेन्स विच बहुत ही हेल्प करूगा। थोड़ी राइटिंग स्किल्स डिवेलप हो जाएंगी। तो क्लीन एंड ब्यूटीफुल राइटिंग इज अ प्लस पॉइंट। ये प्लस पॉइंट है। अच्छी राइटिंग थोड़ी तां ही होगी जे लिखना शुरू करोगे। उस तो बाद चौथा पेपर मेन्स दा, फोर्थ पेपर केड़ा? जनरल स्टडीज पेपर 1। ठीक है, पहले 3 पेपर केड़े केड़े सी? पंजाबी, इंग्लिश एंड ऐसे पेपर। 3 पेपर हो गए। चौथा पेपर की है मेन्स दा जनरल स्टडीज 1 GS1। ਇਹਦੇ ਵਿੱਚ ਸੈਕਸ਼ਨ 1 ਜਿਹੜਾ ਹੈ ਉਹ ਹਿਸਟਰੀ ਤੇ ਜਿਓਗ੍ਰਾਫੀ ਤੇ ਸੋਸਾਇਟੀ ਬਾਰੇ ਹੈ। तो ਇਹਦੇ ਵਿੱਚ ਇੰਡੀਆ ਦੀ ਹਿਸਟਰੀ ਹੋਗੀ, ਇੰਡੀਆ ਦੀ ਜਿਓਗ੍ਰਾਫੀ ਹੋਗੀ और इंडिया की सोसाइटी प्लस पंजाब हिस्ट्री पंजाब जियोग्राफी है
ਪੰਜਾਬ ਸੁਸਾਇਟੀ, ਉਹਦੇ ਵਾਸਤੇ ਸੈਕਸ਼ਨਸ ਤੁਹਾਨੂੰ ਜਿਹੜੀ ਹੈ ਅਲੱਗ-ਅਲੱਗ ਦਿੱਤੇ ਜਾਣਗੇ। ਹੁਣ ਸੈਕਸ਼ਨ 1 ਹੈ, ਸੈਕਸ਼ਨ 1 ਹਿਸਟਰੀ ਬਾਰੇ ਹੈ, ਸੈਕਸ਼ਨ 2 ਜਿਹੜਾ ਹੈ ਜਿਓਗ੍ਰਾਫੀ ਬਾਰੇ ਹੈ, ਤੇ ਸੈਕਸ਼ਨ 3 ਜਿਹੜਾ ਹੈ ਉਹ ਤੁਹਾਡੀ ਸੁਸਾਇਟੀ ਬਾਰੇ ਹੈ। ਇਹ ਅੱਡ-ਅੱਡ ਵੰਡੇ ਹੋਏ ਨੇ। ਹੁਣ ਜਿਓਗ੍ਰਾਫੀ ਵਿੱਚ ਇੰਡੀਆ ਦੀ ਜਿਓਗ੍ਰਾਫੀ ਪਲੱਸ ਪੰਜਾਬ ਦੀ ਜਿਓਗ੍ਰਾਫੀ, ਵਰਲਡ ਦੀ ਜਿਓਗ੍ਰਾਫੀ ਬਾਰੇ ਇੰਨੇ ਕੁਐਸਚਨਸ ਸ਼ਾਇਦ ਤੁਹਾਨੂੰ ਨਾ ਆਉਣ, ਕਿਉਂਕਿ ਪੰਜਾਬ ਪੀਸੀਐਸ ਦਾ ਪੇਪਰ ਹੈ, ਆਈਏਐਸ ਵਿੱਚ ਪੁੱਛ ਸਕਦੇ ਆ, ਲੇਕਿਨ ਪੰਜਾਬ ਪੀਸੀਐਸ ਦੇ ਪੇਪਰ ਵਿੱਚ ਪੰਜਾਬ ਦੀ ਜਿਓਗ੍ਰਾਫੀ ਬਾਰੇ ਪਤਾ ਹੋਣਾ ਚਾਹੀਦਾ ਹੈ ਔਰ ਇੰਡੀਆ ਦੀ ਜਿਓਗ੍ਰਾਫੀ ਬਾਰੇ ਪਤਾ ਹੋਣਾ ਚਾਹੀਦਾ। ਇਹਦੇ ਵਾਸਤੇ ਤੁਸੀਂ ਜਨਰਲ ਜਿਹੜੇ ਐਨਸੀਈਆਰਟੀ ਦੀਆਂ ਕਿਤਾਬਾਂ ਨੇ 10th ਲੈਵਲ ਤੱਕ ਦੀਆਂ ਸੀਬੀਐਸਈ ਦੀਆਂ, ਉਹ ਪੜ੍ਹਨਾ ਸ਼ੁਰੂ ਕਰ ਦਿਓ। ਮੈਂ ਰეკਮੈਂਡ ਕਰਦਾ, ਉਹ ਜੈਨੂਇਨ ਸੋਰਸ ਹੈ, ਬਜਾਏ ਕਿ ਕੋਈ ਗਾਈਡ ਚੱਕੋ ਬਾਜ਼ਾਰੋਂ, ਗਾਈਡ ਪੜ੍ਹਨਾ ਸ਼ੁਰੂ ਕਰ ਦੋ। ਤੁਸੀਂ ਐਨਸੀਈਆਰਟੀ ਦੀ ਕਿਤਾਬਾਂ ਤੁਹਾਡੀ ਸੰਭਾਲੀਆਂ ਹੋਣਗੀਆਂ, ਉਹ ਪੜ੍ਹਨੀਆਂ ਸ਼ੁਰੂ ਕਰ ਦਿਓ। ਅਗਰ ਨਹੀਂ ਹੈ ਤਾਂ ਬਾਜ਼ਾਰੋਂ ਖਰੀਦ ਲਓ। ਇਹਦੀ ਹਿਸਟਰੀ ਆਫ ਦਾ ਵਰਲਡ ਆਊਗੀ 18ਵੀਂ ਸੈਂਚੁਰੀ, ਠੀਕ ਹੈ, ਇੰਡਸਟਰੀਅਲ ਰੈਵੋਲੂਸ਼ਨ, ਵਰਲਡ ਵਾਰ 1, ਵਰਲਡ ਵਾਰ 2, ਵਰਲਡ ਵਾਰ 3, ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ, ਠੀਕ ਹੈ। ਕੋਲੋਨਾਈਜੇਸ਼ਨ ਕੀ ਹੁੰਦੀ ਹੈ, ਇੰਡਸਟਰੀਲਾਈਜੇਸ਼ਨ ਕੀ ਹੁੰਦੀ ਹੈ, ਡੀਕੋਲੋਨਾਈਜੇਸ਼ਨ ਕੀ ਹੁੰਦੀ ਹੈ, ਕਮਿਊਨਿਜ਼ਮ, ਰਸ਼ੀਆ, ਚਾਈਨਾ ਇੱਕ ਕਮਿਊਨਿਸਟ ਸਟੇਟ ਨੇ। ਹੁਣ ਕਮਿਊਨਿਜ਼ਮ ਤੇ ਸੋਸ਼ਲਿਜ਼ਮ 'ਚ ਫਰਕ ਕੀ ਹੈ, ਡੈਮੋਕ੍ਰੇਸੀ ਵਿੱਚ ਕੀ ਫਰਕ ਹੈ, ਡੈਮੋਕ੍ਰੇਸੀ ਔਰ ਕਮਿਊਨਿਜ਼ਮ ਵਿੱਚ ਕੀ ਫਰਕ ਹੈ, ਕਮਿਊਨਿਜ਼ਮ ਔਰ ਕੈਪੀਟਲਿਜ਼ਮ ਵਿੱਚ ਕੀ ਫਰਕ ਹੈ, ਇਹ ਆਪਸ 'ਚ ਵੰਡੇ ਹੋਏ ਨੇ। ਕਮਿਊਨਿਜ਼ਮ ਇੱਕ ਪਾਸੇ ਹੈ, ਕੈਪੀਟਲਿਜ਼ਮ ਇੱਕ ਪਾਸੇ ਹੈ। ਚਾਈਨਾ ਕਮਿਊਨਿਜ਼ਮ ਨੂੰ ਰਿਪਰੈਜ਼ੈਂਟ ਕਰਦਾ ਹੈ, ਯੂਐਸਏ ਇੱਕ ਕੈਪੀਟਲਿਸਟ ਕੰਟਰੀ ਹੈ। तो ये सारे टर्म्स बारे थोड़ा पता होना चाहिए। मैं अपनी वीडियोस राਹੀਂ थोड़ा हेल्प करूंगा। फिर हिस्ट्री ऑफ द वर्ल्ड तो बाहर आ गया मॉडर्न इंडियन हिस्ट्री। ਹੁਣ एंशिएंट इंडियन हिस्ट्री नहीं है ਇਹਦੇ ਵਿੱਚ, मॉडर्न इंडियन हिस्ट्री है। ਇਹ 18ਵੀਂ ਸੈਂਚੁਰੀ ਤੋਂ ਬਾਅਦ ਵਾਲੀ ਜਿਹੜੀ ਹੈ ਘਟਨਾਵਾਂ ਸਾਰੀਆਂ ਤੁਹਾਨੂੰ ਪੜ੍ਹਨੀਆਂ ਪੈਣਗੀਆਂ। ਨੈਸ਼ਨਲ ਮੂਵਮੈਂਟ ਪੜ੍ਹਨੀ ਪੈਣੀ ਹੈ, ਉਹਦੇ ਵਿੱਚ ਨੈਸ਼ਨਲ ਲੀਡਰਸ ਦਾ ਕੀ ਕੰਟਰੀਬਿਊਸ਼ਨ ਸੀ। ਗਾਂਧੀ ਜੀ ਹੋਏ ਨੇ, ਨਹਿਰੂ ਹੋਏ ਨੇ, ਸ਼ਹੀਦ ਭਗਤ ਸਿੰਘ ਹੋਏ ਨੇ, ਠੀਕ ਹੈ। ਤਾਂ ਇਹਨਾਂ ਸਾਰੇ ਜਿਹੜੇ ਲੀਡਰਸ ਹੋਏ ਨੇ, ਜਿਹੜੇ ਸੁਤੰਤਰਤਾ ਸੰਗਰਾਮ ਵਿੱਚ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ, ਉਹਨਾਂ ਦੀ ਜੀਵਨੀ ਬਾਰੇ ਪਤਾ ਹੋਣਾ ਚਾਹੀਦਾ। ਉਹਨਾਂ ਨੇ ਕਿਹੜੇ ਕਿਹੜੇ ਕੰਮ ਕੀਤੇ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ। सिग्निफिकेंट इवेंट्स बारे पता होना चाहिए। क्विट इंडिया मूवमेंट हो गया, ठीक है। तो काफ़ी मैं तुहानूं कराऊंगा। सोशो रिलीजियस रिफॉर्म मूवमेंट्स हो गए, ठीक है। चिपको मूवमेंट होगी। पंजाब दे विच किहड़ी मूवमेंट, अकाली लहर हुई, समझ गई। ये फ्रीडम स्ट्रगल दे विच जो जो पंजाब विच होया और इंडिया लैवल ते जो कुछ होया वो सारा मैं तुहानूं कराउण दी कोशिश करूँगा। ये क्वेश्चन बहुत इंपॉर्टेंट क्वेश्चन ने। नैशनल मूवमेंट बहुत इंपॉर्टेंट है एज फार एज IAS इज कंसर्न एंड ईवन इन PCS पंजाब PCS ਦੇ ਵਿੱਚ ਵੀ ਨੈਸ਼ਨਲ ਮੂਵਮੈਂਟ ਤੇ ਕੁਐਸਚਨ ਆਊਗਾ ਹੀ ਆਊਗਾ। तो पंजाब ਦੀ ਵੰਡ ਹੋਈ ਸੀ ਲਿੰਗੁਇਸਟਿਕ ਬੇਸ ਤੇ 1956 ਦੇ ਵਿੱਚ, ਹਨਾ। ਉਹ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਹੋਇਆ ਸੀ। तो 1956 ਦੇ ਵਿੱਚ ਤੁਹਾਨੂੰ ਪਤਾ ਪੰਜਾਬ ਪਹਿਲਾਂ ਹਰਿਆਣਾ, ਹਿਮਾਚਲ, ਪੰਜਾਬ ਔਰ ਜੰਮੂ ਕਸ਼ਮੀਰ ਦਾ ਕੁਝ ਹਿੱਸਾ ਪੰਜਾਬ ਬਹੁਤ ਵੱਡਾ ਸੀ, ਲੇਕਿਨ 1956 ਦੇ ਵਿੱਚ ਪੰਜਾਬੀ ਬੋਲਦਾ ਏਰੀਆ ਆਪਾਂ ਨੂੰ ਜਿਹੜਾ ਹੋਣ ਵਾਲਾ ਪੰਜਾਬ ਉਹ ਮਿਲਿਆ। तो ਉਹ ਰੀਆਰਗੇਨਾਈਜੇਸ਼ਨ ਹੋਈ ਸੀ ਪੰਜਾਬ ਦੀ ਲਿੰਗੁਇਸਟਿਕ ਬੇਸਿਸ ਤੇ, ठीक है। उस तो बाद गदर मूवमेंट, गदर में जिन्होंने पार्टिसिपेट किया, ठीक है। आनंदपुर साहब रेजोल्यूशन वेरी इंपॉर्टेंट, आनंदपुर साहब रेजोल्यूशन बारे पता होना चाहिए। अकाली मूवमेंट, ठीक है। तो ये सारी चीज़ां आ गई। फिर हिस्टरी, पंजाब की हिस्टरी विच अपने गुरु साहब का वेला आ गया। गुरु साहब के वेले तो बाद महाराजा रणजीत सिंह होरां दा वेला आ गया, ठीक है। महाराजा रणजीत सिंह ने अपनी सिविल ते मिलिटरी एडमिनिस्ट्रेशन बहुत अच्छी तरह निभाया सी। उन्होंने अपना एक रोल बहुत वधिया ਤੇ ਅਫਗਾਨਿਸਤਾਨ ਤੱਕ ਆਪਣਾ ਜਿਹੜਾ ਹੈ ਰਾਜ ਲੈ ਗਏ, ਸਿੱਖ ਧਰਮ ਦਾ ਰਾਜ ਲੈ ਗਏ ਸੀ। ਤੋ ਐਂਗਲੋ ਸਿੱਖ ਵਾਰ ਵੀ ਹੋਏ ਸੀ। ਉਸ ਤੋਂ ਬਾਅਦ ਟ੍ਰੈਟੀ ਹੋਈ ਸੀ ਬ੍ਰਿਟਿਸ਼ ਨਾਲ, ਠੀਕ ਹੈ। ਤੋ ਇਹ 1839 ਦੀ ਟ੍ਰੈਟੀ ਹੈ, ਤੁਹਾਨੂੰ ਦੱਸਾਂਗੇ। ਉਸ ਤੋਂ ਬਾਅਦ ਜਿਓਗ੍ਰਾਫੀ ਆ ਗਿਆ। ਜਿਓਗ੍ਰਾਫੀ ਵਿੱਚ ਫਿਜ਼ੀਕਲ ਜਿਓਗ੍ਰਾਫੀ ਆ ਗਈ, ਠੀਕ ਹੈ। ਫਿਜ਼ੀਕਲ ਵਿੱਚ ਥੋੜੇ ਜਿਹੜੇ ਹੈ ਵਰਲਡ ਦਾ ਮਾੜਾ ਜ਼ਿਆਦਾ ਨਹੀਂ, ਵਰਲਡ ਦਾ ਜ਼ਿਆਦਾ ਕੁਐਸਚਨ ਨਹੀਂ ਆਉਣਗੇ, ਲੇਕਿਨ ਫਿਜ਼ੀਕਲ ਜਿਓਗ੍ਰਾਫੀ ਆਫ ਇੰਡੀਆ ਤੇ ਫਿਜ਼ੀਕਲ ਜਿਓਗ੍ਰਾਫੀ ਆਫ ਪੰਜਾਬ ਤੁਹਾਡੀ ਬਹੁਤ ਜ਼ਰੂਰੀ ਹੈ। ਸਾਊਥ ਏਸ਼ੀਆ ਦੀ ਜਾਂ ਏਸ਼ੀਆ ਲੈਵਲ ਦੀ ਇੱਕ ਦੋ ਕੁਐਸਚਨ ਸ਼ਾਇਦ ਆ ਜਾਣ, ਲੇਕਿਨ ਜ਼ਿਆਦਾ ਕੁਐਸਚਨ ਤੁਹਾਡੇ ਪੰਜਾਬ ਦੀ ਜਿਓਗ੍ਰਾਫੀ ਔਰ ਇੰਡੀਆ ਦੀ ਜਿਓਗ੍ਰਾਫੀ ਵਿੱਚੋਂ ਆਉਣਗੇ, ਠੀਕ ਹੈ। ਉਸ ਤੋਂ ਬਾਅਦ ਅਰਥਕੁਏਕਸ, ਇਹਨਾਂ ਬਾਰੇ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ। ਸੁਨਾਮੀ ਕੀ ਹੁੰਦੀ ਹੈ, ਅਰਥਕੁਏਕ ਕੀ ਹੁੰਦੇ ਹੈ, ਵੋਲਕੈਨਿਕ ਐਕਟੀਵਿਟੀ ਕੀ ਹੁੰਦੀ ਹੈ, ਸਾਈਕਲੋਨਸ ਕੀ ਹੁੰਦੇ ਆ। ਫਰਕ ਹੈ, ਸਾਈਕਲੋਨ ਤੇ ਅਰਥਕੁਏਕ 'ਚ ਫਰਕ ਹੈ। ਸੁਨਾਮੀ, ਸਾਈਕਲੋਨ, ਅਰਥਕੁਏਕ ਤੇ ਵੋਲਕੈਨਿਕ ਐਕਟੀਵਿਟੀ ਸਾਰੇ ਇੱਕੋ ਜਿਹੇ ਲੱਗਦੇ ਆ ਨਾ, ਲੇਕਿਨ ਅਲੱਗ-ਅਲੱਗ ਨੇ। तो ਇਹਨਾਂ ਨੂੰ ਮੈਂ ਤੁਹਾਨੂੰ ਦੱਸੂਗਾ ਕੀ ਮਤਲਬ ਹੈ ਇਹਨਾਂ ਦਾ। ਵਾਟਰ ਬੋਡੀਜ਼, ਆਈਸ ਕੈਪਸ, ਫਲੋਰਾ ਫੌਨਾ, ਠੀਕ ਹੈ। ਜੰਗਲੀ ਜੀਵ, ਵਾਈਲਡ ਲਾਈਫ ਐਕਟ ਬਾਰੇ ਪਤਾ ਹੋਣਾ ਚਾਹੀਦਾ, ਠੀਕ ਹੈ। तो ਹਿਊਮਨਸ ਦੀ ਐਕਟੀਵਿਟੀ ਕਰਕੇ ਇਨਵਾਇਰਨਮੈਂਟ ਵਿੱਚ ਬਹੁਤ ਜ਼ਿਆਦਾ ਫਰਕ ਪੈ ਰਿਹਾ ਹੈ। ਹਿਊਮਨਸ ਦੀ ਕਿਹੜੀ ਐਕਟੀਵਿਟੀਜ਼ ਨੇ ਜਿਹਦੇ ਕਰਕੇ ਇਨਵਾਇਰਨਮੈਂਟ 'ਚ ਫਰਕ ਪੈ ਰਿਹਾ ਹੈ,
ਔਰ ਉਹਨਾਂ ਐਕਟੀਵਿਟੀਜ਼ ਨੂੰ ਨਜਿੱਠਣ ਵਾਸਤੇ ਕੀ ਪਾਰਲੀਮੈਂਟ ਨੇ ਕੋਈ ਲਾਜ਼ ਬਣਾਏ ਨੇ, ਉਹਨਾਂ ਲਾਜ਼ ਬਾਰੇ ਪਤਾ ਹੋਣਾ ਚਾਹੀਦਾ। ਵਾਈਲਡ ਲਾਈਫ ਐਕਟ ਬਣਾਇਆ, ਹੋਰ ਵੀ ਐਕਟ ਬਣਾਇਆ, 에ਅਰ ਪੋਲਿਊਸ਼ਨ ਕੰਟਰੋਲ ਐਕਟ ਬਣਾਇਆ, ਵਾਟਰ ਪੋਲਿਊਸ਼ਨ ਕੰਟਰੋਲ ਐਕਟ ਸਾਰੇ ਬਣਾਏ ਆ। ਇਹ ਸਾਰਾ ਤੁਹਾਨੂੰ ਦੱਸਾਂਗੇ। ਪੰਜਾਬ ਦੀ ਜੀਓਗ੍ਰਾਫੀ ਵਿੱਚ ਪੰਜਾਬ ਦੇ ਫਿਜ਼ੀਓਗ੍ਰਾਫਿਕ ਡਿਟੇਲਸ, ਠੀਕ ਹੈ, ਉਹਦੇ ਵਿੱਚ ਤੁਹਾਡੇ ਡਿਸਟ੍ਰਿਕਟਸ ਦੇ ਨਾਮ ਪਤਾ ਹੋਣੇ ਚਾਹੀਦੇ ਆ, ਹਰੇਕ ਡਿਸਟ੍ਰਿਕਟ ਬਾਰੇ ਪਤਾ ਹੋਣਾ ਚਾਹੀਦਾ। ਹਰੇਕ ਡਿਸਟ੍ਰਿਕਟ ਦੀ ਆਪਣੀ ਇੱਕ ਖੂਬੀ ਹੁੰਦੀ ਹੈ, ਹਰੇਕ ਡਿਸਟ੍ਰਿਕਟ ਦਾ ਆਪਣਾ ਇੱਕ ਲੈਂਡ ਮਾਸ ਹੁੰਦਾ ਹੈ, ਠੀਕ ਹੈ। ਕਈ ਪਲੇਨ ਡਿਸਟ੍ਰਿਕਟ ਨੇ, ਜ਼ਿਆਦਾ ਪਲੇਨ ਡਿਸਟ੍ਰਿਕਟ ਨੇ ਪੰਜਾਬ ਦੇ ਵਿੱਚ, ਕੁਝ ਪਹਾੜੀ ਏਰੀਆ ਵੀ ਨੇ ਹੈਗੇ, ਠੀਕ ਹੈ। ਤੋ ਬਾਰਡਰ ਡਿਸਟ੍ਰਿਕਟ ਕਿਹੜੇ ਕਿਹੜੇ ਨੇ, ਹੁਸ਼ਿਆਰਪੁਰ ਵਰਗੇ, ਠੀਕ ਹੈ। ਤੁਹਾਡਾ ਜਿਹੜਾ ਹੋਮ ਟਾਊਨ ਹੈ, ਹੋਮ ਡਿਸਟ੍ਰਿਕਟ ਹੈ, ਉਹਦੇ ਬਾਰੇ ਵੀ ਪਤਾ ਹੋਣਾ ਚਾਹੀਦਾ। ਲੇਕਿਨ ਖੈਰ ਉਹ ਤਾਂ ਤੁਹਾਨੂੰ ਇੰਟਰਵਿਊ 'ਚ ਲੋੜ ਪਊਗੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕ੍ਰੌਪਸ ਕਿਹੜੀ ਕਿਹੜੀ ਹੁੰਦੀਆਂ, ਠੀਕ ਹੈ। ਤੋ ਹਾੜੀ ਸੋਣੀ ਦੀ ਫਸਲ ਹੈ, ਵੀਟ ਕ੍ਰੌਪ ਹੋਗੀ, ਰਾਈਸ ਹੋਗੀ, ਕਾਟਨ ਹੋਗੀ, ਇਹੀ 3 ਆਪਣੀ ਫਸਲਾਂ ਨੇ, ਠੀਕ ਹੈ। ਤੋ ਕਣਕ ਹੋ ਗਿਆ, ਝੋਨਾ ਹੋ ਗਿਆ। ਤੋ ਇਹਦੇ ਬਾਰੇ ਪਤਾ ਹੋਣਾ ਚਾਹੀਦਾ। ਮਿਨੀਮਮ ਸਪੋਰਟ ਪ੍ਰਾਈਸ ਕੀ ਹੁੰਦੀ ਹੈ, ਠੀਕ ਹੈ। ਤੋ ਕਿਸਾਨਾਂ ਦਾ ਰੌਲਾ ਰਹਿੰਦਾ ਨਾ ਸਰਕਾਰ ਨਾਲ ਵੀ ਸਾਨੂੰ ਮਿਨੀਮਮ ਸਪੋਰਟ ਪ੍ਰਾਈਸ ਦਿਓ, ਸਾਨੂੰ ਘੱਟੋ ਘੱਟ ਨਿਊਨਤਮ ਇੱਕ ਕੀਮਤ ਰੱਖੀ ਜਾਵੇ ਜਿਹਦੇ ਕਰਕੇ ਸਾਡੀ ਕਣਕ ਚੱਕੀ ਜਾਵੇ ਮੰਡੀਆਂ ਚੋਂ। ਤੋ ਕਿਸਾਨਾਂ ਦਾ ਔਰ ਸਰਕਾਰ ਦਾ ਕੀ ਰੌਲਾ ਹੈ, ਮਿਨੀਮਮ ਸਪੋਰਟ ਪ੍ਰਾਈਸ ਕੀ ਹੁੰਦੀ ਹੈ, ਕਿਹੜੀ ਫਸਲ ਦੀ ਕਿੰਨੀ ਮਿਨੀਮਮ ਸਪੋਰਟ ਪ੍ਰਾਈਸ ਹੈ, ਕਿਹੜੀ ਕਿਹੜੀ ਫਸਲਾਂ ਪੰਜਾਬ ਦੇ ਵਿੱਚ ਹੁੰਦੀਆਂ ਨੇ, ਮੇਜਰ ਫਸਲਾਂ, ਮੇਜਰ ਕ੍ਰੌਪਸ, ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਤੋ ਕ੍ਰੌਪ ਡਾਇਵਰਸਿਟੀ ਕੀ ਪੰਜਾਬ ਵਿੱਚ ਲਾਗੂ ਹੋ ਸਕਦੀ ਹੈ। ਗ੍ਰੀਨ ਰੈਵੋਲੂਸ਼ਨ ਪੰਜਾਬ ਵਿੱਚ ਹੋਇਆ, ਪੰਜਾਬ ਇੰਡੀਆ ਦਾ ਇੱਕ ਤਰ੍ਹਾਂ ਦਾ ਢਿੱਡ ਭਰ ਰਿਹਾ, ਠੀਕ ਹੈ। ਤੋ ਹਾਲਾਂਕਿ ਜਿਹੜੀ ਰਾਈਸ ਹੈ, ਝੋਨਾ ਆਪਣੇ ਪੰਜਾਬ ਦੀ ਫਸਲ ਨਹੀਂ ਹੈ, ਲੇਕਿਨ ਪੰਜਾਬ ਹਰ ਸਾਲ ਕਿੰਨੇ ਮੈਟ੍ਰਿਕ ਟਨ ਝੋਨਾ ਕੱਢ ਰਿਹਾ। ਤੋ ਝੋਨੇ ਨੂੰ ਆਪਾਂ ਅੱਗੇ ਜਿਹੜਾ ਹੈ ਦੂਸਰੇ ਸਟੇਟਸ ਵਿੱਚ ਐਕਸਪੋਰਟ ਵੀ ਕਰਦੇ ਆ। ਸਰਕਾਰ ਸਾਰਾ ਝੋਨਾ ਚੱਕਦੀ ਵੀ ਹੈ, ਚੱਕਣਾ ਵੀ ਚਾਹੀਦਾ, ਲੇਕਿਨ ਝੋਨਾ ਆਪਣੀ ਖੁਰਾਕ ਨਹੀਂ ਹੈ। ਆਪਾਂ ਆਪਣੀ ਮੇਨ ਖੁਰਾਕ ਕੀ ਹੈ, ਕਣਕ ਹੈ, ਵੀਟ ਹੈ। ਤੋ ਇਹ ਝੋਨੇ ਦਾ ਬਦਲ ਕੀ ਹੈ, ਇਹ ਕੁਐਸਚਨ ਤੁਹਾਨੂੰ ਹੋਣਾ ਜ਼ਰੂਰੀ ਹੈ। ਇਹ ਤੁਸੀਂ ਪੰਜਾਬੀ ਟ੍ਰਿਬਿਊਨ ਦੇ ਤੁਸੀਂ ਐਡੀਟੋਰੀਅਲ ਪੜੋਗੇ, ਤੁਹਾਨੂੰ ਪਤਾ ਲੱਗੂਗਾ। ਤੋ ਕਹਿੰਦੇ ਨੇ ਵੀ ਝੋਨੇ ਦਾ ਬਦਲ ਕਰੋ, ਪੰਜਾਬ ਦਾ ਪਾਣੀ ਖਤਮ ਹੋਈ ਜਾਂਦੇ ਨੇ, ਪੰਜਾਬ ਦਾ ਅੰਡਰਗਰਾਉਂਡ ਵਾਟਰ ਖਤਮ ਹੋਈ ਜਾਂਦਾ ਝੋਨੇ ਕਰਕੇ। ਲੇਕਿਨ ਇਹਦਾ ਬਦਲ ਕੀ ਹੈ, ਸਰਕਾਰ ਕਿਹੜਾ ਕੋਈ ਆਪਸ਼ਨ ਦੱਸਦੀ ਹੈ ਕਿਸਾਨਾਂ ਨੂੰ, ਕਿਸਾਨਾਂ ਦਾ ਵੀ ਕੋਈ ਕਸੂਰ ਨਹੀਂ। ਕਿਸਾਨ ਅਗਰ ਸਰਕਾਰ ਦੇ ਮਗਰ ਲੱਗ ਕੇ ਦੂਸਰੀਆਂ ਫਸਲਾਂ ਲਾਉਣਾ ਸ਼ੁਰੂ ਕਰ ਦੇਣ, ਔਰ ਕੀਤਾ ਵੀ ਕਈਆਂ ਨੇ, ਸਰਕਾਰ ਚੱਕਦੀ ਨਹੀਂ ਫਸਲ ਨੂੰ, ਸਰਕਾਰ ਉਹ ਮੰਡੀਆਂ 'ਚ ਰੁਲਦੀਆਂ ਰਹਿੰਦੀਆਂ ਸੜਕਾਂ। ਤੋ ਇਹ ਜਿਹੜੇ ਬੇਸਿਕ ਮੁੱਦੇ ਹੈ, ਇਹਨਾਂ ਬਾਰੇ ਡਿਸਕ੍ਰਿਪਟਿਵ ਕੁਐਸਚਨ ਤੁਹਾਨੂੰ ਆ ਸਕਦਾ ਹੈ। ਇਹ ਕਰੰਟ ਮੁੱਦੇ ਨੇ, ਇਹਦੇ ਬਾਰੇ ਡਿਸਕ੍ਰਿਪਟਿਵ ਕੁਐਸਚਨ ਤੁਹਾਨੂੰ ਜ਼ਰੂਰ ਆਊਗਾ। ਤੋ ਇਹਦੇ ਵਾਸਤੇ ਤੁਹਾਨੂੰ ਡੀਪ ਨੌਲੇਜ ਹੋਣੀ ਜ਼ਰੂਰੀ ਹੈ। ਜਿੰਨੀ ਕੋਸ਼ਿਸ਼ ਹੋ ਸਕੇ ਮੈਂ ਤੁਹਾਨੂੰ ਦੱਸੂਗਾ, ਠੀਕ ਹੈ। तो ग्राउंड वाटर डिप्लीशन है, इट्स वन ऑफ द मेजर कॉजेज, मेजर वरिंग कॉजेज ऑफ पंजाब, ठीक है। हुण मुक्तसर एरिया उत्थे पानी की बहुतात हुई पई है, ग्राउंड वाटर उपर होया पिया, कई एरियाज ने जिथे पानी है ही नहीं। तो ये काफ़ी कुछ है, कंडी एरिया उहदे बारे तुहानूं दस्सांगे। उस तो बाद सोसाइटी, पंजाब की सोसाइटी और इंडिया की सोसाइटी, ठीक है। हुण इहदे विच सोसाइटी विच लेटेस्ट हुण क्वेश्चन आ सकदा है, ट्रिपल तलाक बिल पास होया कि नहीं होया, ਉਹਦੇ ਵਿੱਚ ਕਾਨੂੰਨੀ ਜੁਰਮ ਬਣਾਤਾ। ਅਗਰ ਕੋਈ ਮੁਸਲਮਾਨ ਆਪਣੀ ਵਾਈਫ ਨੂੰ ਟ੍ਰਿਪਲ ਤਲਾਕ ਦਿੰਦਾ ਹੈ, ਤੀਹਰਾ ਤਲਾਕ ਦਿੰਦਾ ਹੈ, ਤਾਂ ਉਹਨੂੰ ਪਨਿਸ਼ਮੈਂਟ ਵੀ ਹੋਊਗੀ। ਹਾਲਾਂਕਿ ਸਿਵਲ ਲਾਅ ਹੈ, ਸਿਵਲ ਲਾਅ ਦੇ ਵਿੱਚ ਪਨਿਸ਼ਮੈਂਟ ਨਹੀਂ ਮਿਲਦੀ ਹੁੰਦੀ, ਲੇਕਿਨ ਇਹ ਪਨਿਸ਼ੇਬਲ ਆਫੈਂਸ ਹੈ, ਇਹ ਆਫੈਂਸ ਬਣਾ ਦਿੱਤਾ ਗਿਆ, ਠੀਕ ਹੈ। ਤੋ ਇੰਡੀਅਨ ਸੋਸਾਇਟੀ ਵਿੱਚ ਦੇਖੋ, ਇੰਡੀਅਨ ਸੋਸਾਇਟੀ ਇੱਕ ਹੋਮੋਜੀਨੀਅਸ ਸੋਸਾਇਟੀ ਹੈ, ਭਾਂਤ ਭਾਂਤ ਦੇ ਲੋਕ ਇੱਥੇ ਰਹਿੰਦੇ ਨੇ, ਡਿਫਰੈਂਟ ਟਾਈਪਸ ਆਫ ਪੀਪਲ ਲਿਵ ਹੇਅਰ। ਤੋ ਦੇ ਹੈਵ देयर ओन सेंटीमेंट्स, ਆਪਣੇ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਵਿੱਚ ਵੀ ਲਿਖਿਆ ਹੋਇਆ ਹੈ, ठीक है ना। आर्टिकल 25 की कहता है, राइट टू रिलीजन, हरेक नूं अपने धर्म मानने का अधिकार है। आर्टिकल 26 भी ਇਹਦੇ ਨਾਲ रिलेटेड है। तो आर्टिकल 25, आर्टिकल 26 वेरी इंपॉर्टेंट। फिर आर्टिकल 19 फ्रीडम, बहुत फ्रीडम है, बोलने का अधिकार है, सोचने का अधिकार है, कोई भी चीज़ नूं बिलीव करने का अधिकार है, किसी भी धर्म नूं मानने का अधिकार है, फेथ, ठीक है। तो 6 फ्रीडम्स ने आर्टिकल 19 ऑफ द कॉन्स्टिट्यूशन ऑफ इंडिया। तो ये सारा रिलेटेड है, इंटर रिलेटेड है। जो तुम सारा कुछ पढ़न लग जाओगे ना, ਤੁਹਾਨੂੰ ਐ ਲੱਗੂਗਾ ਇੱਕ ਚੀਜ਼ ਨਾਲ ਦੂਸਰੀ ਚੀਜ਼ ਲਿੰਕਡ ਹੈ, ਇਹ ਚੇਨ ਬਣ ਜਾਣੀ ਹੈ, ਇਹ ਸਾਰਾ ਇੰਟਰ ਰਿਲੇਟਡ ਹੈ, ਠੀਕ ਹੈ। ਵੂਮਨ ਆਰਗੇਨਾਈਜੇਸ਼ਨ ਸਮਝਦਾ ਕਿ ਅੱਜ ਕੱਲ ਪੁਰਸ਼ ਆਯੋਗ ਦੀ ਡਿਮਾਂਡ ਹੋ ਰਹੀ ਹੈ, ਜੋ ਕਿ ਹਜੇ ਤੱਕ ਇਹ ਪੁਰਸ਼ ਆਯੋਗ ਬਣਿਆ ਨਹੀਂ, ਠੀਕ ਹੈ। तो पुरुष आयोग बारे ਜਿਹੜੇ ਪੁੱਛ ਰਹੇ ਨੇ, ਉਹ ਕਿਉਂ ਪੁੱਛ ਰਹੇ ਨੇ, ਉਹਨਾਂ ਦੀ ਕੀ ਮਾਨਸਿਕਤਾ ਹੈ। ਹਾਲਾਂਕਿ ਵੂਮਨ ਜਿਹੜਾ ਹੈ ਆਰਗੇਨਾਈਜੇਸ਼ਨਸ ਇੰਡੀਆ ਵਿੱਚ ਕਾਫੀ ਨੇ, ਠੀਕ ਹੈ। तो ਉਸ ਤੋਂ ਬਾਅਦ ਵੂਮਨ ਆਰਗੇਨਾਈਜੇਸ਼ਨ ਬਾਰੇ ਪਤਾ ਹੋਣਾ ਚਾਹੀਦਾ ਹੈ, ਰੋਲ ਆਫ ਵੂਮਨ, ठीक है। वूमन का रिजर्वेशन का मुद्दा बहुत ज्यादा होया पिया, पार्लीमेंट रिजर्वेशन जी है 33%, 33% हजे तक नहीं हुई। पंचायतों में हजे भी 33% हो चुकी है। पंचायत लैवल, पंचायत के लैवल वूमन रिजर्वेशन 33% है, लेकिन हायर लैवल पार्लीमेंट हो गया, स्टेट लैजिस्लेटिव असैंबली हो गया, उत्ते वूमन रिजर्वेशन हजे भी 33% नहीं है। क्यों नहीं है, की कारण है, पार्टियां क्यों अपोज कर रही ने।
ਪਾਰਟੀਆਂ ਖੁਦ ਅਪੋਜ਼ ਕਰ ਰਹੀਆਂ ਵੂਮਨ ਰਿਜ਼ਰਵੇਸ਼ਨ ਨੂੰ। 33% ਰਿਜ਼ਰਵੇਸ਼ਨ ਵੀ ਹਜੇ ਤੱਕ ਕਿਉਂ ਨਹੀਂ ਹੋਈ? ਇਹ ਤਾਂ ਡਿਸਕ੍ਰਿਪਟਿਵ ਕੁਐਸਚਨ ਤੁਹਾਨੂੰ ਮੇਨਸ ਵਿੱਚ ਆ ਸਕਦਾ ਹੈ। ਇਹ ਜਿਹੜੇ ਮੁੱਦੇ ਨੇ ਇਹ ਮੇਨਸ ਵਿੱਚ ਬਹੁਤ ਇੰਪੋਰਟੈਂਟ ਨੇ। ਪ੍ਰੀਲਿਮਿਨਰੀ ਪੁਆਇੰਟ ਆਫ ਵਿਊ ਵਾਸਤੇ ਵੀ ਇੰਪੋਰਟੈਂਟ ਨੇ, ਲੇਕਿਨ ਇੰਨੇ ਇੰਪੋਰਟੈਂਟ ਨਹੀਂ ਆ। ਪ੍ਰੀਲਿਮਿਨਰੀ ਪੁਆਇੰਟ ਆਫ ਵਿਊ ਵਾਸਤੇ ਤੁਹਾਨੂੰ ਫੈਕਟਸ ਜ਼ਿਆਦਾ ਪਤਾ ਹੋਣਾ ਚਾਹੀਦਾ, ਐਨਾਲਿਟੀਕਲ ਐਬਿਲਿਟੀ ਜ਼ਿਆਦਾ ਤੁਹਾਡੀ ਅੱਛੀ ਹੋਣੀ ਚਾਹੀਦੀ ਹੈ। ਲੇਕਿਨ ਡਿਸਕ੍ਰਿਪਟਿਵ ਕੁਐਸਚਨਸ ਇਹ ਮੇਨ ਵਿੱਚ ਆਉਣਗੇ। ਅਰਬਨਾਈਜੇਸ਼ਨ ਕੀ ਹੁੰਦਾ ਹੈ, ਕੈਪੀਟਲਾਈਜੇਸ਼ਨ ਕੀ ਹੁੰਦਾ ਹੈ, ਕੈਪੀਟਲਾਈਜੇਸ਼ਨ ਤੇ ਅਰਬਨਾਈਜੇਸ਼ਨ ਦਾ ਕੀ ਅਸਰ ਹੈ सोसाइटी ते, ठीक है। तो ये है प्रॉब्लम्स की ने कैपिटलाइजेशन दे, प्रॉब्लम्स की ने अर्बनाइजेशन दे, ठीक है। ग्लोबलाइजेशन की हुंदी है, व्हाट डू यू मीन बाय ग्लोबलाइजेशन? तो पंजाब च ग्लोबलाइजेशन है, इंडिया में ग्लोबलाइजेशन हो गई है। वर्ल्ड एक ग्लोबल विलेज बन चुका है, एक ग्लोबल पिंड बन चुका है, ग्लोबल विलेज बन चुका है। कम्युनिकेशन के साधन बहुत बढ़ चुके हैं, ठीक है। ट्रैवल टाइम बहुत घट चुके हैं, ठीक है। सोशल इंपावरमेंट, वूमन ते क्वेश्चन आऊगा ही आऊगा। वूमन इंपावरमेंट ते क्वेश्चन आऊगा ही आऊगा। रीजनलिज्म की हुंदी है, पारोशियलिज्म की हुंदी है, कॉम्युनलिज्म की हुंदी है, सैकुलरिज्म की हुंदा है। धर्म निरपक्षता, सैकुलरिज्म की है धर्म निरपक्षता। अपना देश धर्म निरपक्ष देश है। अपने कॉन्स्टिट्यूशन च प्रियंबल है ना, प्रियंबल की है संविधान का। जिवें आप अपने सिख धर्म च श्री गुरु ग्रंथ साहब जी ने, गुरु ग्रंथ साहब जी का निचोड़ की है, मूल मंत्र है ना, एक ओंकार सतनाम करता पुरख निरभउ निरवैर, ये मूल मंत्र है सारे गुरु ग्रंथ साहब जी का। एवं कॉन्स्टिट्यूशन का मूल मंत्र की है प्रियंबल। तो प्रियंबल पढ़ना जरूरी है। वी द पीपल ऑफ इंडिया हैविंग solemnly resolved to constitute India into sovereign socialist secular democratic republic and to provide all the citizens of India liberty of thought expression and belief, ठीक है, faith worship। तो ये प्रियंबल तुहानू समझाऊंगा, ये टर्म्स समझाऊंगा। सॉवरेनिटी की हुंदी है, लिबर्टी की हुंदी है, ठीक है, सोशलिज्म की हुंदा है, इक्वैलिटी की हुंदी है। कॉन्स्टिट्यूशन बहुत इंपॉर्टेंट है। ह्यूमन वैल्यूज, रोल ऑफ फैमिली, ये सारे सोसाइटी के क्वेश्चन आउणगे, ठीक है। बाबा गुरु नानक देव जी की टीचिंग सी, ठीक है, गौतम बुद्धा की टीचिंग है। पंजाब के कॉन्टैक्सट दी अपने गुरु ग्रंथ साहब जी ने, सिख धर्म मैजोरिटी रिलीजन है पंजाब दे विच, ठीक है। तो वो पंजाब के कंटैक्सट दे विच गुरु ग्रंथ साहब जी दे विच किहड़े फिलोसफर्स की बाणी दर्ज है, कबीर की दर्ज है, गुरु नानक देव जी की दर्ज है। इस तो इलावा स्वामी विवेकानंद बारे पूछा जा सकता है, महावीर बारे पूछा जा सकता है, ज्योतिबा फूले बारे पूछा जा सकता है, ईश्वर चंद्र विद्यासागर बारे पूछा जा सकता है, महात्मा गांधी बारे पूछा जा सकता है, सरदार वल्लभ भाई पटेल बारे पूछा जा सकता है। अजकल बुत बनाया ना किड्डा वड्डा इंडिया सरकार ने वल्लभ भाई पटेल का, ठीक है, आयरन मैन ऑफ इंडिया कहते हैं उन्होंने। फिर पॉपुलेशन के वनरेबल सैक्शंस, एससीज हो गए, शेड्यूल कास्ट, शेड्यूल ट्राइब, शेड्यूल कास्ट कमीशन बनया हुआ है इंडिया का, शेड्यूल ट्राइब कमीशन बनया हुआ है, ठीक है। पंजाब के शेड्यूल कास्ट बहुत ने। पंजाब इज द ओनली स्टेट हैविंग मैक्सिमम शेड्यूल कास्ट इन द होल कंट्री। सारी कंट्री में सब तो वध शेड्यूल कास्ट पंजाब विच ने। उन्हां दी की हालत है पंजाब दे विच कि उन्हां दे जिहड़े सुरक्षा मिली। लेटेस्ट शेड्यूल कास्ट दे एक अमेंडमेंट हुई है, शेड्यूल कास्ट एंड शेड्यूल ट्राइब्स एट्रोसिटी एक्ट बनया होया ना पार्लीमेंट वालों, उहदे विच अमेंडमेंट हुई है। दसो की अमेंडमेंट हुई है? उहदे विच कुछ डिलीट किया गया। की अमेंडमेंट हुई है मैं तुहानूं दसूंगा, तुसीं ये थोड़ा होमवर्क है, दसो की अमेंडमेंट हुई है शेड्यूल कास्ट एक्ट विच, ठीक है। उस तो बाद नैशनल कमीशन फॉर शेड्यूल कास्ट, शेड्यूल ट्राइब, ये सारिया चीज़ां ने। फिर सोशल सैक्टर विच एजुकेशन का की हालत है, कि प्राइवेटाइजेशन करनी चाहिए एजुकेशन की कि नहीं करनी चाहिए? जे प्राइवेटाइजेशन करिए तो वह आम जनता तक की असर होगा। अपना इंडिया एक वेलफेयर स्टेट है, वेलफेयर स्टेट है ना, तो वेलफेयर रेमेडीज की ने, वेलफेयर काम की ने, लोगों को मुफ्त एजुकेशन दी जाए, लोगों का जिहड़ा जमीनी पद्धर उच्चा चक्या जाए, पॉवर्टी खत्म की जाए। पर जे एजुकेशन को प्राइवेटाइजेशन कर दोगे तो लोग कित्थों पढ़नगे? समझ आ रही कि नहीं? तो प्राइवेटाइजेशन होनी चाहिए एजुकेशन की कि नहीं? ये वास्ते क्वेश्चन डिस्क्रिप्टिव क्वेश्चन थोड़ा आ सकता है। ह्यूमन रिसोर्सिस की होंगे ने, पॉवर्टी एलिवेशन किवें होगी, माल न्यूट्रिशन, हजे भी माल न्यूट्रिशन नाल बहुत ज़्यादा बच्चों की मौत हो रही है। समझ आ रही कि नहीं? माल न्यूट्रिशन होंदा कि बच्चा जो पैदा होंदा है उन्होंने खुराकी तत्त नहीं मिलते, उन्होंने अच्छे न्यूट्रिएंट्स नहीं मिलते, जिहदे करके उहदी बॉडी डिवेलप नहीं होंदी, ठीक है। तो फीमेल फीटिसाइड, एक फीमेल फीटिसाइड का मुद्दा है, ये बारे पता होना चाहिए। पंजाब और हरियाणा बहुत ज़्यादा गर्म मुद्दा है। हालांकि प्री नैटल डायग्नोस्टिक्स टैक्नीक्स एक्ट अजे तक अपने लागू चंगी तरह नहीं होया, बनया तो होया तो गर्भ में बच्ची मार दिता जाता है। पंजाब और हरियाणे में यह बहुत ज़्यादा हो रहा है, इलीगल तरीके हो रहा है। की कारण है? समाजिक सोच क्यों नहीं बदल रही लोगों की? सोच बदलने वास्ते की कारण ने, किवें बदली जाऊगी? ये डिस्क्रिप्टिव क्वेश्चन थोड़े आ सकते हैं। समझ आ रही कि नहीं? ऐसे पेपर में भी थोनू ये हेल्प करेंगे। अगला है जी पेपर 5,
जनरल स्टडीज पेपर 5, यह है जनरल स्टडीज 2, पेपर 5 है जनरल स्टडीज 2, ये बहुत इंपॉर्टेंट है। यह है इंडियन कॉन्स्टिट्यूशन, इंडियन पॉलिटिक्स, इंडियन गवर्नेंस ते इंटरनेशनल रिलेशंस। ये सैक्शन 1 में इंडियन कॉन्स्टिट्यूशन बारे आऊगा। कॉन्स्टिट्यूशन तो बेयर एक्ट है, रटिया होना चाहिए, सारा नहीं लेकिन मेन इंपॉर्टेंट ये फंडामेंटल राइट्स आ गए, फंडामेंटल ड्यूटीज आ गई, डायरेक्टिव प्रिंसिपल्स ऑफ स्टेट पॉलिसी आ गई, हाई कोर्ट्स बारे प्रोविजनस ने कॉन्स्टिट्यूशन के, सुप्रीम कोर्ट बारे प्रोविजनस ने, पार्लीमेंट बारे प्रोविजनस ने अपने कॉन्स्टिट्यूशन संविधान के, स्टेट लैजिस्लेचर असैंबली बारे प्रोविजनस ने, कई कॉन्स्टिट्यूशनल प्रोविजनस ने जेडे कि बहुत इंपॉर्टेंट ने। कॉन्स्टिट्यूशन की अमेंडमेंट्स, मेजर अमेंडमेंट्स, 42nd अमेंडमेंट जिन्हों के मिनी कॉन्स्टिट्यूशन भी कहा जाता है, 44th अमेंडमेंट होगी, लेटेस्ट अमेंडमेंट, ठीक है, 100 तो ऊपर अमेंडमेंट होगी अपनी, 102 अमेंडमेंट लेटेस्ट अमेंडमेंट हुई सी, आई थिंक 103 भी हो चुकी है। तो ये सारा आप करांगे। पुराने आजादी तो पहला जेडे एक्ट होए ने, 1909 का एक्ट जिन्हों के मॉर्ले मिंटो रिफॉर्म्स भी कहते हैं, फिर 1919 का एक्ट मोन्टेग चैमथम रिफॉर्म्स, तो ये सारा है। 1935 का गवर्नमेंट ऑफ इंडिया एक्ट वेरी इंपॉर्टेंट, 1947 का एक्ट, ये सारा बहुत इंपॉर्टेंट है। फीचर्स ऑफ द कॉन्स्टिट्यूशन, कॉन्स्टिट्यूशन की विशेषतावां, अपने कॉन्स्टिट्यूशन की की विशेषतावां ने, की फीचर्स ने, ये बारे तुहानूं पता होना चाहिए। कॉन्स्टिट्यूशन के बेसिक स्ट्रक्चर बारे तुहानूं नॉलेज होनी चाहिए, वेरी इंपॉर्टेंट। अपने मूल तत्त की है, अपना घर बनया होंदा ना, थले नीहां होंदियां, जे नीहां ना होण तो घर डिग जूगा ना, तो अपने कॉन्स्टिट्यूशन की भी नीहां हैगियां ने, एक बेसिक स्ट्रक्चर है। व्हाट डू मीन बाय बेसिक स्ट्रक्चर? प्रीएम्बल पढ़ोगे पता लग जूगा। सेकुलरिज्म, सॉवरेंटी, सोशलिज्म, डेमोक्रेसी, राइट टू लाइफ। राइट टू लाइफ इज इटसेल्फ a very big article. It's the basic structure of the Constitution of India. केशव नंद भारती वर्सेस यूनियन ऑफ इंडिया विच बेसिक स्ट्रक्चर बारे डिटेल विच दिता होया है, एक केस है, वेरी इंपॉर्टेंट है। मिनरवा मिल्स वर्सेस यूनियन ऑफ इंडिया, तो बेसिक स्ट्रक्चर बारे तुहानूं पता होना चाहिए, क्वेश्चन आऊगा ही आऊगा। फंडामेंटल ड्यूटीज बारे पता होना चाहिए, ठीक है। उस बाद आ गया यूनियन एंड स्टेट्स, फेडरल स्ट्रक्चर है कि अपना यूनिट स्ट्रक्चर है कि फेडरल स्ट्रक्चर है। दो टाइप के स्ट्रक्चर होंगे, पार्लीमेंटरी फॉर्म के दो टाइप के स्ट्रक्चर होंगे, यूनिटरी स्ट्रक्चर एंड फेडरल स्ट्रक्चर। अपना की है, अपना मिक्स है, ना अपना टोटल यूनिटरी है ना अपना टोटल फेडरल है, अपना मिक्सचर है, ठीक है। अमेरिका टोटली फेडरल है, मिशिगन हो गया, कैलिफोर्निया हो गया, अलग अलग स्टेट्स ने उन्होंने एग्रीमेंट की हुई है तां इकट्ठे हुए ने। यूनाइटेड स्टेट्स ऑफ अमेरिका कदों मर्जी खिलर भी सकते हैं, वो अपनी कोई एग्रीमेंट नहीं हुई पंजाब हरियाणा की या होर स्टेट की, राजस्थान की, आप तो धक्के नाल इकट्ठे किए हुए हैं सरदार वल्लभ भाई पटेल वर्गिया ने। समझ आ गई कि नहीं आ गई? कोई आप एग्रीमेंट नाल नहीं इकट्ठे होए। अपना फैडरल ढांचा है, पंजाब की अपनी सरकार है, हरियाणा की अपनी सरकार है, लेकिन यूनियन की सेंटर की सरकार भारी है, उन्होंने ज्यादा सेंटर की सरकार को ज्यादा पावर्स मिलिया हुई ने, सेंट्रलाइज सिस्टम अपना ज्यादा है। कॉन्स्टिट्यूशन में 3 लिस्टां मिलिया हुई ने, यूनियन लिस्ट, स्टेट लिस्ट ते कॉन्करेंट लिस्ट। यूनियन लिस्ट में 97 सब्जैक्ट्स होंगे है, स्टेट लिस्ट में 66 सब्जैक्ट्स होंगे ने, ते कॉन्करेंट लिस्ट में 47 सब्जैक्ट्स होंगे ने। इतों पता लगता है कि यूनियन लिस्ट में जो मुद्दे ने वो तो सिर्फ सेंटर सरकार बना सकती है, वो सेंटर या पार्लीमेंट या सेंटर सरकार ही कोई एक्शन ले सकती है या लॉ बना सकती है। वो मुद्दे बहुत ज्यादा ने, इतों पता लगता है कि सेंट्रलिज्म ज्यादा है। हालांकि कॉन्स्टिट्यूशन कहता है कि डिसेंट्रलाइजेशन होनी चाहिए है, स्टेटा भी उन्होंने बनता हिस्सा मिलना चाहिए है, लेकिन सेंट्रलाइजेशन जरूरी ज्यादा भी है क्योंकि देश तो अलग अलग हो जाऊगा। समझ आ गई कि नहीं आ गई? इसलिए यूनिटरी फीचर्स अपने ज्यादा भारू है। इट्स अ यूनिटरी फीचर विद फेडरल स्ट्रक्चर, तो ये है। उस तो बाद आ गया इंडियन गवर्नेंस, लोकल गवर्नेंस, डिसेंट्रलाइजेशन, पंचायती राज। पंचायती राज 3 टायर सिस्टम होंगे पंचायती राज का, वो मैं दसूंगा, ठीक है। तो पंचायत ये पंचायतों वास्ते अमेंडमेंट्स हुई ने, आर्टिकल 73rd अमेंडमेंट एंड 74th अमेंडमेंट ऑफ द कॉन्स्टिट्यूशन ऑफ इंडिया। तो 73rd अमेंडमेंट तो 74th अमेंडमेंट, तो विलेज पंचायत बारे और जिला परिषद बारे ये अमेंडमेंट्स हुई सी। सैपरेशन ऑफ पावर्स, वेरी इंपॉर्टेंट, पावरां दी वंड है। अपने पावर जिहड़ी है 3 थां ते वंडी हुई है। इंडिया की गल करिए आपां, लैजिस्लेचर, एग्जीक्यूटिव एंड जुडिशरी। लैजिस्लेचर का काम की है? लॉ बनाना। लॉ बनाने तो बाद पार्लीमेंट के हथ खड़े हो जाते हैं, लॉ नूं लागू नहीं करती पार्लीमेंट, लागू कौन करती है? एग्जीक्यूटिव। एग्जीक्यूटिव की होंदी है सरकार, एडमिनिस्ट्रेशन, सरकारी ऑफिशियल्स, जेडे मिनिस्टर ने, सरकार है, अगे पुलिस आ गई, डिपार्टमेंट आ गए, सारे एग्जीक्यूटिव का ये लागू करते हैं।
ਤੇ ਲਾਗੂ ਕਰਨ ਲੱਗੇ ਗਲਤੀ ਤਾਂ ਨਹੀਂ ਕਰਦੇ ਕਿਤੇ, ਜਾਂ ਲਾ ਤਾਂ ਨਹੀਂ ਗਲਤ ਬਣਿਆ, ਇਹ ਕੌਣ ਦੇਖਦਾ ਹੈ? ਇਹ ਜੁਡੀਸ਼ਰੀ ਦੇਖਦੀ ਹੈ। ਜੁਡੀਸ਼ਰੀ ਅੱਖ ਰੱਖਦੀ ਹੈ। ਜੁਡੀਸ਼ਰੀ ਕੀਪਸ ਐਨ ਆਈ ਔਨ ਬੋਥ ਆਫ ਅਦਰ ਵਿੰਗਸ। ਜੁਡੀਸ਼ਰੀ ਕੀਪਸ ਐਨ ਆਈ ਓਵਰ ਐਗਜ਼ੀਕਿਊਟਿਵ ਐਜ਼ ਵੈਲ ਐਜ਼ ਲੈਜਿਸਲੇਚਰ। ਉਹ ਦੇਖਦੀ ਹੈ ਕਿ ਜਿਹੜੇ ਲੈਜਿਸਲੇਚਰ ਨੇ ਲਾਅ ਬਣਾਇਆ ਕੋਈ ਇਹੋ ਜਿਹਾ ਗਲਤ ਲਾ ਤਾਂ ਨਹੀਂ ਬਣਾਤਾ ਜਿਹਦੇ ਕਰਕੇ ਫੰਡਾਮੈਂਟਲ ਰਾਈਟਸ ਵਾਇਲੇਟ ਹੋ ਰਹੇ ਨੇ ਆਪਣੇ ਆਮ ਜਨਤਾ ਦੇ। ਕੋਈ ਇਹੋ ਜਿਹਾ ਲਾਅ ਤਾਂ ਨਹੀਂ ਬਣਾਤਾ ਜਿਹਦੇ ਕਰਕੇ ਕॉन्स्टिट्यूशनल प्रिंसिपल्स वायलेट हो रहे हैं, कॉन्स्टिट्यूशन की किसी प्रोविजन वायलेट हो रही है। अगर हाँ तो वॉइड कर दू जुडिशरी, सुप्रीम कोर्ट उस लॉ ਨੂੰ वॉइड कर दूगी। सिमिलरली एग्जीक्यूटिव कोई ਇਹੋ ਜਿਹਾ ਐਕਸ਼ਨ ਤਾਂ ਨਹੀਂ ਲੈ ਰਹੀ ਜਿਹਦੇ ਕਰਕੇ ਫੰਡਾਮੈਂਟਲ ਰਾਈਟਸ ਵਾਇਲੇਟ ਹੋ ਰਹੇ ਨੇ, ਆਮ ਜਨਤਾ ਦੇ ਜਿਹੜੇ ਰਾਈਟਸ ਮਿਲੇ ਹੋਏ ਆ ਕॉन्स्टिट्यूशन ਵੱਲੋਂ ਮਿਲੇ ਹੋਏ ਆ ਉਹ ਵਾਇਲੇਟ ਹੋ ਰਿਹਾ। ਅਗਰ ਹਾਂ ਤਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਉਸ ਐਗਜ਼ੀਕਿਊਟਿਵ ਦੇ ਐਕਸ਼ਨ ਨੂੰ ਨਲ ਐਂਡ ਵਾਇਡ ਕਰ ਦੂ। तो ਇਹ ਹੈ ਸੈਪਰੇਸ਼ਨ ਆਫ ਪਾਵਰਸ। ਟੋਟਲ ਸੈਪਰੇਸ਼ਨ ਆਫ ਪਾਵਰਸ ਇੰਡੀਆ ਵਿੱਚ ਨਹੀਂ ਹੈ। ਐਗਜ਼ੀਕਿਊਟਿਵ और ਲੈਜਿਸਲੇਚਰ ਇਕੱਠੇ ਬਹਿੰਦੇ ਨੇ ਪਾਰਲੀਮੈਂਟ ਵਿੱਚ। ਪਤਾ ਲੱਗ ਗਿਆ ਨਾ, ਪਾਰਲੀਮੈਂਟ 'ਚ ਲੋਕ ਸਭਾ ਔਰ ਰਾਜ ਸਭਾ ਹੁੰਦੀ ਹੈ ਨਾ। तो ਲੋਕ ਸਭਾ ਦੇ ਵਿੱਚ ਕੌਣ ਕੌਣ ਬਹਿੰਦਾ ਹੈ? ਇੱਕ ਪਾਸੇ ਸਰਕਾਰ ਬਹਿੰਦੀ ਹੈ, ਦੂਸਰੇ ਪਾਸੇ ਆਪੋਜੀਸ਼ਨ ਬਹਿੰਦੀ ਹੈ। ਹੁਣ ਅੱਜ ਕੱਲ੍ਹ ਸਰਕਾਰ ਕਿਹਦੀ ਹੈ? ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ। ਬੀਜੇਪੀ ਵਾਲੇ ਮਿਨਿਸਟਰ ਇੱਕ ਪਾਸੇ ਬਹਿੰਦੇ ਨੇ, ਉਹਨਾਂ ਨੂੰ ਕੁਐਸਚਨ ਕੌਣ ਪੁੱਟ ਕਰਦੇ ਆ? ਦੂਸਰੇ ਪਾਸੇ ਆਪ ਭਗਵੰਤ ਮਾਨ ਵਰਗੇ ਉਹ ਅਲੱਗ ਬਹਿੰਦੇ। तो ਲੋਕ ਸਭਾ ਵਿੱਚ ਆਏ ਹੁੰਦਾ ਹੈ। तो ਐਗਜ਼ੀਕਿਊਟਿਵ ਆਪਣੇ ਲੈਜਿਸਲੇਚਰ ਦੇ ਵਿੱਚ ਹੀ ਬਹਿੰਦੀ ਹੈ। तो ਲੈਜਿਸਲੇਚਰ ਔਰ ਐਗਜ਼ੀਕਿਊਟਿਵ ਵਿੱਚ ਜ਼ਿਆਦਾ ਜਿਹੜਾ ਹੈ ਸੈਪਰੇਸ਼ਨ ਆਫ ਪਾਵਰਸ ਨਹੀਂ ਹੈ। ਆਪਸ ਮਿਲ ਜੁਲ ਕੇ ਕੰਮ ਹੁੰਦਾ ਹੈ ਲੈਜਿਸਲੇਚਰ ਵਿੱਚ ਔਰ ਜੁਡੀਸ਼ਰੀ ਆਪਣੇ ਐਗਜ਼ੀਕਿਊਟਿਵ ਭਾਰੀ ਹੈ ਆਪਣੇ ਲੈਜਿਸਲੇਚਰ ਵਿੱਚ। ਪ੍ਰੈਜ਼ੈਂਟ ਐਗਜ਼ੀਕਿਊਟਿਵ ਕਿਹਦੀ ਆ? ਨਰਿੰਦਰ ਮੋਦੀ। 300 ਤੋਂ ਉੱਪਰ ਸੀਟਾਂ ਮਿਲੀਆਂ ਹੋਈਆਂ ਉਹਨਾਂ ਨੂੰ। तो ਕੋਈ ਵੀ ਲਾ ਬਣਦਾ ਬਹੁਮਤ ਉਹਨਾਂ ਕੋਲ ਮਿਲੀ ਹੋਈ ਹੈ। तो ਐਗਜ਼ੀਕਿਊਟਿਵ ਔਰ ਲੈਜਿਸਲੇਚਰ ਵਿੱਚ ਜ਼ਿਆਦਾ ਸੈਪਰੇਸ਼ਨ ਆਫ ਪਾਵਰਸ ਆਪਣੇ ਇੰਡੀਆ ਵਿੱਚ ਨਹੀਂ ਹੈ। ਲੇਕਿਨ ਜੁਡੀਸ਼ਰੀ ਹਜੇ ਵੀ ਟੋਟਲੀ ਸੈਪਰੇਟ ਹੈ। ਇਹ ਕॉन्स्टिट्यूशन ਦਾ ਇੱਕ ਆਰਟੀਕਲ ਹੈ, ਉਹ ਪੜਾਂਗੇ। ਉਹਦੇ 'ਚ ਲਿਖਿਆ ਹੋਇਆ ਹੈ ਜੁਡੀਸ਼ਰੀ ਵਿਲ ਬੀ ਟੋਟਲੀ ਸੈਪਰੇਟ ਫਰੋਮ ਐਗਜ਼ੀਕਿਊਟਿਵ ਐਂਡ ਲੈਜਿਸਲੇਚਰ ਵਿੰਗ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਦਿਸ ਆ ਜਿਹੜਾ ਹੈਗਾ ਨਾ ਤੁਹਾਡਾ GS2 ਪੇਪਰ ਹੈ ਜਿਹੜਾ ਜਨਰਲ ਸਟੱਡੀਜ਼ 2, ਇਹ ਪੇਪਰ 5 ਹੈ ਵੈਸੇ, ਪਰ ਇਹਦਾ ਨਾਮ ਕੀ ਹੈ? ਜਨਰਲ ਸਟੱਡੀਜ਼ 2। ਇਹ ਬਹੁਤ ਇੰਪੋਰਟੈਂਟ ਹੈ। ਇਹ 'ਚ ਕॉन्स्टिट्यूशन ਦੇ ਸਾਰੇ ਗਵਰਨਮੈਂਟਸ ਵਾਲੇ ਪ੍ਰੈਸ਼ਰ ਗਰੁੱਪਸ ਵੈਰੀ ਇੰਪੋਰਟੈਂਟ। ਮੈਂ ਤੁਹਾਨੂੰ ਵੀਡੀਓ ਪਾ ਕੇ ਦਊਂਗਾ ਪ੍ਰੈਸ਼ਰ ਗਰੁੱਪਸ ਕੀ ਹੁੰਦੇ ਆ। ਸਰਕਾਰ ਤੇ ਜਿਹੜੇ ਦਬਾਅ ਪਾਉਂਦੇ ਨੇ, ਸਰਕਾਰ ਦੇ ਹੁਣ ਵੱਡੇ ਵੱਡੇ ਮਲਟੀਨੈਸ਼ਨਲ ਕੰਪਨੀਜ਼ ਨੇ, ਵੱਡੇ ਵੱਡੇ ਜਿਹੜੇ ਕਰੋੜਾਪਤੀ ਲੋਕ ਨੇ, ਉਹਨਾਂ ਦੀ ਇੱਕ ਲੌਬੀ ਬਣੀ ਹੁੰਦੀ ਹੈ। ਉਹ ਸਰਕਾਰ ਤੇ ਦਬਾਅ ਪਾਉਂਦੇ, ਪ੍ਰੈਸ਼ਰ ਪਾਉਂਦੇ ਆ। ਉਸ ਹਿਸਾਬ ਨਾਲ ਸਰਕਾਰ ਫਿਰ ਪਾਲਿਸੀਜ਼ ਬਣਾਉਂਦੀ ਹੈ। ਸਰਕਾਰ ਨੂੰ ਵੀ ਫੰਡਾਂ ਦੀ ਲੋੜ ਹੁੰਦੀ ਹੈ, ਇਹ ਫੰਡ ਪ੍ਰੋਵਾਈਡ ਕਰਦੇ ਆ, ਪ੍ਰੈਸ਼ਰ ਗਰੁੱਪਸ ਹੁੰਦੇ ਨੇ। ਇਹ ਜ਼ਰੂਰੀ ਹੈ। ਇਹ ਡੈਮੋਕ੍ਰੇਸੀ 'ਚ ਪ੍ਰੈਸ਼ਰ ਗਰੁੱਪਸ ਵੀ ਬਹੁਤ ਜ਼ਰੂਰੀ ਨੇ, ਪਬਲਿਕ ਓਪੀਨੀਅਨ ਵੀ ਬਹੁਤ ਜ਼ਰੂਰੀ ਹੈ। ਐਸੋਸੀਏਸ਼ਨਸ ਹੁੰਦੀਆਂ ਨੇ, ਉਹਨਾਂ ਦੀ ਪੋਲਿਟਿਕਸ ਵਿੱਚ ਕੀ ਰੋਲ ਹੈ। ਸੇਲੈਂਟ ਫੀਚਰਸ ਆਫ ਦਾ ਰਿਪਰੈਜ਼ੈਂਟੇਸ਼ਨ ਆਫ ਇੱਕ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਬਣਿਆ 1951। ਉਹਦੇ 'ਚ ਕਿਹਾ ਗਿਆ ਡਿਫੈਕਸ਼ਨ ਮਾੜੀ ਗੱਲ ਹੈ। तो ਪਿੱਛੇ ਜੇ ਕਰਨਾਟਕਾ ਔਰ ਮਹਾਰਾਸ਼ਟਰ 'ਚ ਡਿਫੈਕਸ਼ਨ ਹੋਈ ਹੈ ਕਿ ਨਹੀਂ ਹੋਈ? MLA ਜੋ ਜਿੱਤਦਾ ਕਿਸੇ ਪਾਰਟੀ ਦੀ ਟਿਕਟ ਤੇ, ਜੋ ਜਿੱਤ ਜਾਂਦਾ, ਜੋ ਸਰਕਾਰ ਵਿੱਚ ਉਹਦਾ ਹਿੱਸਾ ਨਹੀਂ ਹੁੰਦਾ, ਸਰਕਾਰ ਵਿੱਚ ਮਿਨਿਸਟਰੀ ਨਹੀਂ ਮਿਲਦੀ, ਤਾਂ ਉਹ ਜੰਪ ਮਾਰ ਜਾਂਦਾ ਦੂਸਰੀ ਪਾਰਟੀ। ਇਹਨੂੰ ਕਹਿੰਦੇ ਡਿਫੈਕਟ ਕਰ ਗਿਆ। ਆਇਆ ਰਾਮ ਗਿਆ ਰਾਮ ਹਰਿਆਣੇ ਵਿੱਚ ਸੀਗਾ ਇਹ। ਉਹਨੇ ਕੁਝ ਸਮੇਂ ਵਿੱਚ ਕਈ ਪਾਰਟੀਆਂ ਬਦਲਤੀਆਂ ਸਿਰਫ ਮਿਨਿਸਟਰ ਬਣਨ ਖਾਤਰ। तो ਇਹ ਡਿਫੈਕਸ਼ਨ ਦਾ ਜਿਹੜਾ ਮੁੱਦਾ ਹੈ, ਇਹ ਸਿਉਂਗ ਵਾਂਗੂ ਲੱਗਿਆ ਹੋਇਆ ਆਪਣੀ ਪੋਲਿਟੀ ਨੂੰ। तो ਡਿਫੈਕਸ਼ਨ ਨੂੰ ਖਤਮ ਕੀਤਾ ਗਿਆ। ਕਿਹਨੇ ਖਤਮ ਕੀਤਾ? ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ 1951 ਨੇ ਖਤਮ ਕੀਤਾ। ਲੇਕਿਨ ਅੱਜ ਕੱਲ੍ਹ ਵੀ ਇਸ ਡਿਫੈਕਸ਼ਨ ਐਕਟ ਨੂੰ ਡੌਜ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ ਔਰ ਕਰਨਾਟਕਾ ਦੇਖਿਆ ਨਾ ਤੁਸੀਂ। ਹੁਣ ਅੱਜ ਕੱਲ੍ਹ ਕੀ ਕਰਦੇ MLA MP ਉਹ ਰਿਜ਼ਾਈਨ ਹੀ ਕਰ ਦਿੰਦੇ ਆ। ਜਦੋਂ ਰਿਜ਼ਾਈਨ ਨਹੀਂ ਕਰਤਾ ਫਿਰ ਡਿਫੈਕਸ਼ਨ ਐਕਟ ਵੀ ਕੁਝ ਨਹੀਂ ਕਰ ਸਕਦਾ। तो ਉਹ ਦੁਬਾਰੇ ਫਿਰ ਲੜਦੇ ਨੇ ਉਸੇ ਜਿਹੜੀ ਹੈ ਉਸ ਕॉन्स्टिट्यूएंसी ਵਿੱਚ ਦੁਬਾਰਾ ਫਿਰ ਲੜਦੇ ਨੇ, ਲੇਕਿਨ ਦੂਸਰੀ ਪਾਰਟੀ ਦੀ ਟਿਕਟ ਤੇ ਉਹ ਜਿੱਤ ਜਾਂਦੇ ਨੇ ਤੇ ਦੂਸਰੀ ਪਾਰਟੀ 'ਚ ਉਹ ਚਲੇ ਜਾਂਦੇ ਨੇ MLA ਬਣ ਕੇ, ਸਰਕਾਰ ਦਾ ਪਾਰਟ ਬਣ ਜਾਂਦੇ ਨੇ। तो ਡਿਫੈਕਸ਼ਨ ਐਕਟ ਵਿੱਚ ਇਹੋ ਜਿਹੀ ਕੋਈ ਪ੍ਰੋਵੀਜ਼ਨ ਨਹੀਂ ਹੈ ਜਿਹੜੀ ਉਹਨਾਂ ਨੂੰ ਰੋਕ ਸਕੇ। तो ਇਹ ਕਮੀਆਂ ਨੇ। ਇਹ ਕੁਐਸਚਨ ਆ ਸਕਦਾ ਤੁਹਾਡਾ PCS ਦੇ ਮੇਨ ਵਿੱਚ। ਉਸ ਤੋਂ ਬਾਅਦ ਕॉन्स्टिट्यूशन ਬੋਡੀਜ਼ CAG, ਕੰਟਰੋਲਰ ਐਂਡ ਆਡੀਟਰ ਜਨਰਲ ਇੰਡੀਆ, ਇਹਦੇ ਬਾਰੇ ਪਤਾ ਹੋਣਾ ਚਾਹੀਦਾ। ਪਾਰਲੀਮੈਂਟ ਵਿੱਚ ਜਿਹੜੇ ਲੋਕ ਸਭਾ ਰਾਜ ਸਭਾ ਉਹਦੇ ਵਿੱਚ ਕੀ ਕੌਣ ਬਹਿੰਦਾ ਇਹਦੇ ਬਾਰੇ ਪਤਾ ਹੋਣਾ ਚਾਹੀਦਾ। ਸੁਪਰੀਮ ਕੋਰਟ ਦੇ ਜੱਜ, ਹਾਈ ਕੋਰਟ ਦੇ ਜੱਜ, ਉਹਨਾਂ ਦੇ ਟਰਮਸ, ਉਹਨਾਂ ਦੀ ਏਜ। ਅਟਾਰਨੀ ਜਨਰਲ ਆਫ ਇੰਡੀਆ ਆਪਣੇ ਭਾਰਤ ਸਰਕਾਰ ਦਾ ਵਕੀਲ, ਸਭ ਤੋਂ ਵੱਡਾ ਵਕੀਲ, who represents the government of India in various courts like Supreme Court and High Court. Who is Advocate General of India? Advocate General of India is the senior most government council of Punjab. Advocate General of India is the senior most government council of Punjab. He represents the Punjab government in various courts like High Court and various district courts also. He can appear in district court, though he majorly appears in High Court only. तो ਐਡਵੋਕੇਟ ਜਨਰਲ ਪਤਾ ਹੋਣਾ ਚਾਹੀਦਾ। ਸੋਲਿਸਿਟਰ ਜਨਰਲ ਬਾਰੇ ਪਤਾ ਹੋਣਾ ਚਾਹੀਦਾ। ਸਟੇਟ ਲੈਜਿਸਲੇਚਰ ਜਿਵੇਂ ਉੱਪਰ ਹੁੰਦਾ ਲੋਕ ਸਭਾ ਰਾਜ ਸਭਾ, ਥੱਲੇ ਕੀ ਹੁੰਦਾ? ਥੱਲੇ ਪੰਜਾਬ 'ਚ ਕੀ ਹੁੰਦਾ? ਸਟੇਟ ਲੈਜਿਸਲੇਟਿਵ ਅਸੈਂਬਲੀ। ਜੋ ਉੱਪਰ ਲੋਕ ਸਭਾ ਹੈ, ਥੱਲੇ ਕੀ ਹੈ? ਸਟੇਟ ਲੈਜਿਸਲੇਟਿਵ ਅਸੈਂਬਲੀ। ਉੱਪਰ ਰਾਜ ਸਭਾ ਹੈ, ਥੱਲੇ ਕੀ ਹੈ? ਸਟੇਟ ਲੈਜਿਸਲੇਟਿਵ ਕਾਉਂਸਲ। ਕੀ ਪੰਜਾਬ ਦੇ ਵਿੱਚ ਲੈਜਿਸਲੇਟਿਵ ਕਾਉਂਸਲ ਹੈ? ਨਹੀਂ।
पंजाब दे विच लैजिस्लेटिव काउंसल अपर हाउस नहीं है, सिर्फ लैजिस्लेटिव असैंबली है पंजाब दे विच। लेकिन कई स्टेट्स हैगे ने, 6-7 स्टेट्स ने जिहदे लैजिस्लेटिव असैंबली भी है। फिर गवर्नेंस, क्वैसी जुडिशियल बॉडीज की होंदियां ने, जुडिशियल बॉडीज की होंदियां ने, स्टैट्यूटरी बॉडीज की होंदियां ने, म्यूनसिपैलिटीज, पंचायत ये स्टैट्यूटरी बॉडीज ने, क्योंकि म्यूनसिपैलिटी ते पंचायत बारे कॉन्स्टिट्यूशन विच दिता होया है। देखो जिन्ना बारे कॉन्स्टिट्यूशन विच दिता होया वो कॉन्स्टिट्यूशनल बॉडीज भी हो गई तो वो स्टैट्यूटरी बॉडीज भी हो गई। जे कॉन्स्टिट्यूशन विच नहीं दिता होया उस ऑर्गेनाइजेशन बारे, लेकिन किसी होर एक्ट विच दिता होया तो फिर वो कॉन्स्टिट्यूशनल बॉडी तो हो ही नहीं, लेकिन वो स्टैट्यूटरी बॉडी जरूर होगी, क्योंकि स्टैट्यूट विच ओहदा नाम दर्ज है। समझ आ गई? जे स्टैट्यूट विच नाम नहीं दर्ज हैगा या कॉन्स्टिट्यूशन विच नाम दर्ज नहीं हैगा तो ना वो कॉन्स्टिट्यूशनल बॉडी है तो ना वो स्टैट्यूटरी बॉडी है। ये ध्यान रखना तुसीं। ह्यूमन राइट ऑर्गेनाइजेशन, ह्यूमन राइट्स ऑर्गेनाइजेशन पर पता होना चाहिए। एनजीओ बारे पता होना चाहिए। डेवलपमेंटल ऑर्गेनाइजेशंस बारे पता होना चाहिए। ई गवर्नेंस आजकल बहुत वधिया इंपॉर्टेंट मुद्दा है। ई गवर्नेंस लॉकडाउन में तो ई गवर्नेंस ही हो रही है सारे पासे, और लॉकडाउन हो रहा है सारा ऑनलाइन मोड हो गया। हुण मैं ऑनलाइन मोड में तुहानूं पढ़ा रहा, तो ई गवर्नेंस सरकार भी ई गवर्नेंस कर रही है, एडमिनिस्ट्रेशन ई गवर्नेंस आ रहा है ना सारा कुछ। तो ये ई गवर्नेंस की होंदी है। रोल ऑफ सिविल सर्विस इन डेमोक्रेसी, डेमोक्रेसी विच ब्यूरोक्रेट्स का की रोल है। गवर्नेंस विच एथिक्स होनी चाहिए है, ठीक है, प्रॉपर्टी होनी चाहिए। प्रॉपर्टी होंदी है ईमानदारी, दयानतदारी। तो की गवर्नेंस दे विच सरकार नूं ईमानदारी रखनी चाहिए है, लोगों नाल धोखा तो नहीं करना चाहिए। तो की लॉज ने पंजाब के, की लॉज ने, की रूल्स ने, ठीक है। तो गवर्नमेंट ते प्राइवेट इंस्टीट्यूशन विच की फर्क है, की रिलेशन है, एथिकल वैल्यूज है ने। गवर्नेंस नूं गवर्न करने वेले की पार्टी नूं एथिकल वैल्यूज फॉलो करनी चाहिए है, जरूर फॉलो करनी चाहिए है, ठीक है। ये सारी गल्लां, आरटीआई आ गया, राइट टू इन्फॉर्मेशन एक्ट आ गया, ठीक है। तो कोड ऑफ एथिक्स, वर्क कल्चर, ये सारा कुछ आ जाऊगा, ये सारा कुछ थोड़ा ही। फिर सेक्शन 3 है इंटरनेशनल रिलेशंस। ये जो थोड़ा पेपर है ना थोड़ा इंडियन पॉलिटी का, ये सेक्शन 1 है इंडियन कॉन्स्टिट्यूशन एंड पॉलिटी, सेक्शन 2 थोड़ा हैगा गवर्नेंस, ते सेक्शन 3 हैगा इंटरनेशनल रिलेशंस। ये पंजाब की गल नहीं हो रही, इंटरनेशनल रिलेशंस की गल हो रही है। जस्ट अ मिनट, सॉरी। तो इंटरनेशनल रिलेशन दे विच इंडिया एंड इट्स नेबरहुड रिलेशन विद यूएसए, ठीक है, बायलैटरल रिलेशंस, ठीक है। हुण पाकिस्तान नाल अपने रिलेशन किहे जे ने, चाइना नाल अपने रिलेशन किहे जे ने, ठीक है। सार्क की होंदा है, साउथ एशियन एसोसिएशन फॉर रीजनल कोऑपरेशन। ब्रिक्स की होंदा है, ठीक है, ये पता होना चाहिए। ब्राजील, रशिया, ब्रिक्स, BRICS, ब्राजील, रशिया, इंडिया, चाइना एंड साउथ अफ्रीका। तो ब्रिक्स एसोसिएशन की है, सार्क की है, तो ये इंडिया भी पार्टिसिपेशन है ही है। की होंदे ने, नैटो की है, नॉर्थ अटलांटिक ट्रेटी ऑर्गेनाइजेशन, ठीक है। उस तो बाद यूरोपियन यूनियन EU, वो की होंदा है। हुण पिछे ये इंग्लैंड ने फैसला लिया कि असीं ब्रेक्सिट करांगे, यूरोपियन यूनियन चों असीं बाहर आ जाएंगे। हुण ब्रेक्सिट की है, इंग्लैंड ने फैसला क्यों लिया, ठीक है। तो इंडिया ते उहदे नेबरहुड, बांग्लादेश नाल अपनी फॉरेन पॉलिसी किहो जी है, श्रीलंका नाल अपनी इंडिया की फॉरेन पॉलिसी किहो जी है, पाकिस्तान नाल अपनी इंडिया की फॉरेन पॉलिसी किहो जी है, चाइना नाल अपने रिलेशन की है, ठीक है। तो अमेरिका नाल अपनी फॉरेन पॉलिसी की है। तो अपनी फॉरेन पॉलिसी ये बारे पता होना चाहिए। जिवें अपने आप इंडिया वाले कहते नो फर्स्ट यूज, असीं न्यूक्लियर वैपन नूं पहला नहीं यूज करांगे। लेकिन पिछे जे अपने होम मिनिस्टर राजनाथ सिंह का बयान आया कि एज फार एज पाकिस्तान इज कंसर्नड, पाकिस्तान नूं सबक सिखाउण लई हुण असीं ओह जिहड़ी पॉलिसी नहीं अपनावांगे नो फर्स्ट यूज वाली, असीं पहला भी न्यूक्लियर बटन दब सकते हैं। तो ये फॉरेन पॉलिसी पाकिस्तान प्रति अपनी चेंज हो रही है, ठीक है। तो हुण USA ने बैन करता भी ईरान चो तेल ना खरीदो। क्यों बैन किया? इंडिया USA के मगर लग गया। आप ईरान नाल अपने वधिया नेबरली अच्छे संबंध सीगे, लेकिन USA के मगर लग के आप ईरान तो तेल खरीदना बंद करता। कि आपां ये काम करना चाहिए कि USA की आपां सरदारी मननी चाहिए है हर गल पिछे। अपनी अपनी फॉरेन पॉलिसी है यार। ईरान नाल आपां अपना रिलेशन रखना, USA नाल अपना रिलेशन है कि USA आपां नूं डिक्टेट करूगा कि तुसीं ईरान नाल किवें रिलेशन रखना है, ये आपां देखना है, ठीक है। इंपॉर्टेंट इंटरनेशनल इंस्टीट्यूशंस, ICJ इंटरनेशनल कोर्ट ऑफ जस्टिस, ICC इंटरनेशनल क्रिमिनल कोर्ट, सिक्योरिटी काउंसिल, यूनाइटेड नेशंस बारे पता होना चाहिए। IMF इंटरनेशनल मॉनेटरी फंड की होंदा है, वर्ल्ड बैंक की होंदा है। ये सारिया चीज़ां तुहाडियां आउणगियां। ये सी तुहाडा जनरल स्टडीज पेपर 2। तो ये हैगा 5वां पेपर, लेकिन इसका नाम की है जनरल स्टडीज 2। हुण कल नूं आपां नैक्सट लैक्चर विच
ਪੇਪਰ 6 ਔਰ ਪੇਪਰ 7 ਤੇ ਇੰਟਰਵਿਊ ਬਾਰੇ ਦੱਸਾਂਗੇ। तो ਇਹ ਸੀ ਤੁਹਾਡਾ ਮੇਨ ਦਾ ਸਿਲੇਬਸ। ਆਪਾਂ ਨੈਕਸਟ ਵੀਡੀਓ ਤੇ ਆਪਾਂ ਕੰਟੀਨਿਊ ਕਰਾਂਗੇ। ਆਈ ਹੋਪ ਯੂ ਹੈਵ ਲਾਈਕ ਦ ਲੈਕਚਰ। ਤੇ ਪਲੀਜ਼ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ, ਕਿਉਂਕਿ ਜਦੋਂ ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਹੀ ਮੈਨੂੰ ਉਤਸ਼ਾਹ ਮਿਲੂਗਾ, ਤਾਂ ਹੀ ਮੈਂ ਹੋਰ ਵੀਡੀਓਜ਼ ਤੁਹਾਡੇ ਲਈ ਬਣਾਉਂਗਾ। तो सब्सक्राइब जरूर कर दिया करो। सो थैंक यू वेरी मच बेटा, थैंक यू, बेस्ट ऑफ लक।